ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਕਰਾਂਗੇ ਪਾਠ 5 ਸ਼ਹੀਦ ਊਧਮ ਸਿੰਘ। ਸ਼ਹੀਦ ਊਧਮ ਸਿੰਘ ਦੇਖੋ ਕੌਣ ਹੈ। ਸ਼ਹੀਦ ਊਧਮ ਸਿੰਘ ਇੱਕ ਦੇਸ਼ ਭਗਤ ਹੋਇਆ ਹੈ ਜਿਸ ਨੇ ਦੇਸ਼ ਨੂੰ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਜਿਹੜਾ ਹੈ ਪ੍ਰਮੁੱਖ ਹਿੱਸਾ ਦਿੱਤਾ ਹੈ। ਜਿਸ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਭਗਤ ਸਿੰਘ, ਰਾਜਗੁਰੂ, ਸੁਖਦੇਵ ਜਿਹੜੇ ਹਨ, ਕਰਤਾਰ ਸਿੰਘ ਸਰਾਭਾ ਹਨ, ਇਹਨਾਂ ਨੇ ਜਿਹੜੀ ਆਪਣੀ ਜਾਨ ਤੱਕ ਜਿਹੜੀ ਕੁਰਬਾਨ ਕਰ ਦਿੱਤੀ ਹੈ ਦੇਸ਼ ਲਈ, ਉਸੇ ਤਰ੍ਹਾਂ ਹੀ ਜਿਹੜਾ ਸ਼ਹੀਦ ਊਧਮ ਸਿੰਘ ਹੈ ਇਹ ਵੀ ਇੱਕ ਸੱਚਾ ਦੇਸ਼ ਭਗਤ ਹੋਇਆ ਅਤੇ ਇਸ ਨੇ ਵੀ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਪੂਰਾ ਹਿੱਸਾ ਦਿੱਤਾ ਹੈ। ਤਾਂ ਅੱਗੇ ਪਾਠ ਦੇਖੋ। 15 ਅਗਸਤ 1947 ਨੂੰ ਸਾਡਾ ਦੇਸ਼ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋ ਗਿਆ। ਇਸ ਆਜ਼ਾਦੀ ਨੂੰ ਪ੍ਰਾਪਤ ਕਰਨ ਲਈ ਅਨੇਕਾਂ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਇਹਨਾਂ ਦੇਸ਼ ਭਗਤਾਂ ਵਿੱਚੋਂ ਹੀ ਇੱਕ ਸਨ ਸ਼ਹੀਦ ਊਧਮ ਸਿੰਘ, ਜਿਨ੍ਹਾਂ ਦੀ ਜੀਵਨ ਗਾਥਾ ਬੜੀ ਪ੍ਰੇਰਨਾਦਾਇਕ ਹੈ। ਪ੍ਰੇਰਨਾਦਾਇਕ ਹੈ ਮਤਲਬ ਕਿ ਜਿਨ੍ਹਾਂ ਦੇ ਜੀਵਨ ਤੋਂ ਸਾਨੂੰ ਕਾਫੀ ਪ੍ਰੇਰਨਾ ਮਿਲਦੀ ਹੈ, ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ। ਊਧਮ ਸਿੰਘ ਦਾ ਜਨਮ 26 ਨਵੰਬਰ 1899 ਈਸਵੀ ਨੂੰ ਸਰਦਾਰ ਟਹਿਲ ਸਿੰਘ ਤੇ ਮਾਤਾ ਨਰੈਣ ਕੌਰ ਦੀ ਕੁੱਖੋਂ ਸੁਨਾਮ, ਪੰਜਾਬ ਵਿੱਚ ਹੋਇਆ। ਉਸ ਦੇ ਪਿਤਾ ਟਹਿਲ ਸਿੰਘ ਸੁਨਾਮ ਦੇ ਨੇੜੇ ਉਪਲੀ ਰੇਲਵੇ ਫਾਟਕ ਉੱਤੇ ਨੌਕਰੀ ਕਰਦੇ ਸਨ। ਬਚਪਨ ਵਿੱਚ ਹੀ ਉਹਨਾਂ ਦੇ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ। 5-6 ਸਾਲਾਂ ਦੀ ਉਮਰ ਵਿੱਚ ਉਹਨਾਂ ਨੂੰ ਅੰਮ੍ਰਿਤਸਰ ਦੇ ਖਾਲਸਾ ਕੇਂਦਰੀ ਯਤੀਮਖਾਨੇ ਮਤਲਬ ਹੈ ਕਿ ਜਿਸ ਦੇ ਮਾਂ ਪਿਓ ਨਹੀਂ ਹੁੰਦੇ, ਆਪਾਂ ਅਨਾਥ ਆਸ਼ਰਮ ਕਹਿ ਦਿੰਦੇ ਹਾਂ, ਉਸ ਨੂੰ ਪੰਜਾਬੀ ਦੇ ਵਿੱਚ ਯਤੀਮਖਾਨਾ ਕਿਹਾ ਜਾਂਦਾ ਹੈ। ਉੱਥੇ ਇਹਨਾਂ ਨੂੰ ਜਿਹੜਾ ਹੈ ਦਾਖਲ ਕਰ ਦਿੱਤਾ ਗਿਆ। ਇੱਥੇ ਹੀ ਊਧਮ ਸਿੰਘ ਨੇ ਜਿਹੜੀ ਹੈ ਆਪਣੀ ਸਕੂਲ ਦੀ ਪੜ੍ਹਾਈ ਜਿਹੜੀ ਹੈ ਪੂਰੀ ਕੀਤੀ। ਸਾਰੇ ਦੇਸ਼ ਵਿੱਚ ਆਜ਼ਾਦੀ ਦੀ ਲਹਿਰ ਜ਼ੋਰ ਫੜ ਰਹੀ ਸੀ। ਅੰਮ੍ਰਿਤਸਰ ਵੀ ਇਸ ਤੋਂ ਵਾਂਝਾ ਨਹੀਂ ਸੀ। ਵਾਂਝਾ ਦਾ ਮਤਲਬ ਹੈ ਕਿ ਵੱਖ ਨਹੀਂ ਸੀ, ਯਾਨੀ ਕਿ ਜਦੋਂ ਸਾਰੇ ਦੇਸ਼ ਵਿੱਚ ਜਿਹੜੇ ਹੈ ਗੁਲਾਮ ਹੋ ਚੁੱਕਿਆ ਸੀ, ਆਜ਼ਾਦੀ ਦੀ ਜਿਹੜੇ ਲਹਿਰ ਸੀ ਉਹ ਜ਼ੋਰ ਫੜ ਰਹੀ ਸੀ, ਤਾਂ ਅੰਮ੍ਰਿਤਸਰ ਵਿੱਚ ਵੀ ਜਿਹੜਾ ਇਹੋ ਕੁਝ ਚੱਲ ਰਿਹਾ ਸੀ, ਉਹ ਵੀ ਕੋਈ ਵੱਖ ਨਹੀਂ ਹੋਇਆ। ਊਧਮ ਸਿੰਘ ਨੇ ਵਿਦਿਆਰਥੀ ਜੀਵਨ ਵਿੱਚ ਹੀ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਰੋਲੇਟ ਐਕਟ ਦੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਅੰਮ੍ਰਿਤਸਰ ਦੇ ਜਲਿਆਂਵਾਲੇ ਬਾਗ ਵਿੱਚ ਦੇਸ਼ ਭਗਤਾਂ ਦੇ ਭਾਰੀ ਇਕੱਠ ਹੋਇਆ। ਯਾਨੀ ਕਿ 13 ਅਪ੍ਰੈਲ 1919 ਨੂੰ ਜਦੋਂ ਜਲਿਆਂਵਾਲੇ ਬਾਗ ਵਿੱਚ ਜਿਹੜਾ ਆਜ਼ਾਦੀ ਮੰਗਦੇ ਲੋਕਾਂ ਦਾ ਜਿਹੜਾ ਭਾਰੀ ਇਕੱਠ ਅੰਮ੍ਰਿਤਸਰ ਦੇ ਵਿੱਚ ਇਕੱਠੇ ਹੋਏ, ਤਾਂ ਊਧਮ ਸਿੰਘ ਵੀ ਇਸ ਇਕੱਠ ਵਿੱਚ ਜਿਹੜਾ ਹੈ ਪਾਣੀ ਦੀ ਸੇਵਾ ਕਰ ਰਿਹਾ ਸੀ। ਤਕਰੀਬਨ 4 ਵਜੇ ਯਾਨੀ ਕਿ ਸ਼ਾਮ ਦੇ 4 ਵਜੇ ਜਦੋਂ ਜਨਰਲ ਡਾਇਰ ਦੇ ਆਪਣੇ ਹਥਿਆਰਬੰਦ ਸਿਪਾਹੀਆਂ ਨਾਲ ਗੋਲੀਆਂ ਚਲਾ ਕੇ ਸੈਂਕੜੇ ਭਾਰਤੀ ਦੇਸ਼ ਭਗਤਾਂ ਨੂੰ ਸ਼ਹੀਦ ਕਰ ਦਿੱਤਾ। ਯਾਨੀ ਕਿ ਜਦੋਂ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਵਿੱਚ ਲੋਕ ਇਕੱਠੇ ਹੋਏ ਸਨ, ਤਾਂ ਜਨਰਲ ਡਾਇਰ ਨੇ ਜਿਹੜਾ ਹੈ ਆਪਣੇ ਸਾਥੀਆਂ ਸਮੇਤ ਉੱਥੇ ਕਾਫੀ ਗੋਲੀਆਂ ਚਲਾਈਆਂ, ਤਾਂ ਜਿਹੜੇ ਦੇਸ਼ ਭਗਤ ਆਜ਼ਾਦੀ ਮੰਗ ਰਹੇ ਸਨ ਉਹਨਾਂ ਦਾ ਸ਼ਹੀਦ ਕਰ ਦਿੱਤਾ ਗਿਆ। ਊਧਮ ਸਿੰਘ ਨੇ ਇਸ ਖੌਫਨਾਕ ਖੂਨੀ ਕਾਂਡ ਨੂੰ ਆਪਣੇ ਅੱਖੀਂ ਦੇਖਿਆ। ਉਸ ਨੇ ਸ਼ਹੀਦਾਂ ਦੇ ਖੂਨ ਨਾਲ ਜਿਹੜਾ ਹੈ ਇਸ ਮਿੱਟੀ ਨੂੰ ਆਪਣੇ ਮੱਥੇ ਲਾ ਕੇ ਇਸ ਖੂਨੀ ਕਾਂਡ ਦਾ ਬਦਲਾ ਅੰਗਰੇਜ਼ਾਂ ਪਾਸੋਂ ਲੈਣ ਦਾ ਪ੍ਰਣ ਕੀਤਾ। ਯਾਨੀ ਕਿ ਉਸ ਨੇ ਜਦੋਂ ਆਪਣੇ ਅੱਖਾਂ ਨਾਲ ਦੇਖਿਆ ਕਿ ਉੱਥੇ ਜਿਹੜੇ ਹਜ਼ਾਰਾਂ ਜਿਹੜੇ ਦੇਸ਼ ਭਗਤ ਸਨ ਉਹਨਾਂ ਨੂੰ ਗੋਲੀਆਂ ਨਾਲ ਬੇਕਸੂਰ ਲੋਕਾਂ ਨੂੰ ਮਾਰ ਦਿੱਤਾ ਗਿਆ ਹੈ, ਤਾਂ ਉਸ ਨੇ ਜਿਹੜਾ ਹੈ ਇਸ ਦੀ ਮਿੱਟੀ ਨੂੰ ਆਪਣੇ ਮੱਥੇ ਦੇ ਨਾਲ ਲਾਉਂਦਿਆਂ ਹੋਇਆਂ ਇਸ ਦਾ ਬਦਲਾ ਲੈਣ ਦਾ ਪ੍ਰਣ ਕੀਤਾ ਮਤਲਬ ਹੈ ਕਿ ਕਸਮ ਖਾਧੀ। ਇਸ ਦਰਦਨਾਕ ਘਟਨਾ ਤੋਂ ਬਾਅਦ ਊਧਮ ਸਿੰਘ ਨੇ ਆਜ਼ਾਦੀ ਦੀ ਲੜਾਈ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਉਸ ਨੇ ਆਪਣਾ ਨਾਂ ਬਦਲ ਕੇ ਰਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ, ਜੋ ਕਿ ਹਿੰਦੂ ਮੁਸਲਿਮ ਅਤੇ ਸਿੱਖ ਏਕਤਾ ਦਾ ਪ੍ਰਤੀਕ ਸੀ। ਰਾਮ ਹਿੰਦੂ ਸ਼ਬਦ ਹੈ, ਮੁਹੰਮਦ ਮੁਸਲਿਮ ਹੈ ਔਰ ਸਿੰਘ ਜਿਹੜਾ ਹੈ ਸਿੱਖ ਸ਼ਬਦ ਹੈ। ਇਹਨੇ ਇਹ ਤਿੰਨੋਂ ਮਿਲਾ ਕੇ ਆਪਣਾ ਨਾਮ ਜਿਹੜਾ ਹੈ ਰਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ, ਅਤੇ ਇਹ ਜਿਹੜਾ ਹੈ ਹਿੰਦੂ ਮੁਸਲਿਮ ਅਤੇ ਸਿੱਖ ਏਕਤਾ, ਯਾਨੀ ਕਿ ਉੱਥੇ ਜਿਹੜੇ ਲੋਕ ਸਨ ਹਿੰਦੂ ਮੁਸਲਿਮ ਅਤੇ ਸਿੱਖ ਜਿਹੜੇ ਹਨ ਆਪਸੀ ਮਿਲ ਕੇ ਰਹਿ ਰਹੇ ਸਨ, ਮਿਲ ਕੇ ਜਿਹੜਾ ਆਜ਼ਾਦੀ ਦੇ ਲਈ ਰੋਸ ਪ੍ਰਗਟ ਕਰ ਰਹੇ ਸਨ। ਇਸ ਲਈ ਇਸ ਨੇ ਆਪਣਾ ਜਿਹੜਾ ਹੈ ਨਾਮ ਇਹਨਾਂ ਨੂੰ ਇਕੱਠਾ ਕਰਕੇ ਰੱਖਿਆ। ਉਸ ਨੇ ਜਲਿਆਂਵਾਲੇ ਬਾਗ ਦੇ ਸਾਹਮਣੇ ਪੇਂਟਰ ਦੀ ਦੁਕਾਨ ਕਰ ਲਈ, ਜੋ ਆਜ਼ਾਦੀ ਦੇ ਪ੍ਰਵਾਨੀਆਂ ਲਈ ਕੇਂਦਰ ਸੀ। 23 ਮਾਰਚ 1931 ਨੂੰ ਜਦੋਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ, ਉਸ ਸਮੇਂ ਰਾਮ ਮੁਹੰਮਦ ਆਜ਼ਾਦ ਯਾਨੀ ਕਿ ਜਿਹੜਾ ਸ਼ਹੀਦ ਊਧਮ ਸਿੰਘ ਸੀ ਉਹ ਜਿਹੜਾ ਹੈ ਜੇਲ੍ਹ ਵਿੱਚ ਸੀ। ਫਾਂਸੀ ਦੀ
ਖਬਰ ਸੁਣ ਕੇ ਉਸ ਦਾ ਮਨ ਕੁਰਲਾ ਉੱਠਿਆ ਮਤਲਬ ਕਿ ਉਹ ਜਿਹੜਾ ਹੈ ਜਦੋਂ ਉਸਨੂੰ ਇਹਨਾਂ ਦੇ ਬਾਰੇ ਪਤਾ ਲੱਗਿਆ ਕਿ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਜਿਹੜੀ ਹੈ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ, ਤਾਂ ਉਸ ਤੋਂ ਬਾਅਦ ਜਿਹੜਾ ਇਹ ਬਹੁਤ ਦੁਖੀ ਹੋਇਆ। ਉਹਨਾਂ ਨੇ ਅੰਗਰੇਜ਼ਾਂ ਤੋਂ ਬਦਲਾ ਲੈਣ ਦਾ ਪ੍ਰਣ ਫਿਰ ਦੁਹਰਾਇਆ। ਉਸਨੇ ਜਿਹੜਾ ਹੈ ਇਹ ਪਹਿਲਾਂ ਜਿਹੜਾ ਹੈ ਜਲਿਆਂਵਾਲੇ ਬਾਗ ਦਾ ਖੂਨੀ ਕਾਂਡ ਜਿਹੜਾ ਉਸਨੇ ਦੇਖਿਆ, ਉਦੋਂ ਉਸਨੇ ਕਸਮ ਖਾਧੀ ਕਿ ਉਹ ਅੰਗਰੇਜ਼ਾਂ ਤੋਂ ਜਿਹੜਾ ਹੈ ਇਸ ਦਾ ਬਦਲਾ ਲਏਗਾ। ਅਤੇ ਦੂਜੀ ਵਾਰ ਫਿਰ ਉਸਨੇ ਜਦੋਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਜਿਹੜੀ ਫਾਂਸੀ ਦਿੱਤੀ ਗਈ, ਉਸਨੇ ਫਿਰ ਦੁਬਾਰਾ ਇਹ ਕਸਮ ਖਾਧੀ ਕਿ ਉਹ ਇਹਨਾਂ ਦਾ ਵੀ ਬਦਲਾ ਜਿਹੜਾ ਹੈ ਅੰਗਰੇਜ਼ਾਂ ਤੋਂ ਜ਼ਰੂਰ ਲਵੇਗਾ। ਇਸ ਨੂੰ ਉਹਨਾਂ ਆਪਣੀ ਜ਼ਿੰਦਗੀ ਦਾ ਇੱਕੋ ਇੱਕ ਮੰਤਵ ਮੰਨ ਲਿਆ, ਯਾਨੀ ਕਿ ਆਪਣੀ ਜਿਹੜੀ ਜ਼ਿੰਦਗੀ ਦਾ ਇੱਕੋ ਇੱਕ ਜਿਹੜਾ ਹੈ ਪੇਸ਼ਾ ਉਸਨੇ ਮੰਨ ਲਿਆ ਕਿ ਉਸਨੇ ਬਦਲਾ ਲੈਣਾ ਹੈ। ਉਹਨਾਂ ਉੱਤੇ ਕਰਤਾਰ ਸਿੰਘ ਸਰਾਭਾ ਅਤੇ ਮਦਨ ਲਾਲ ਡਿੰਗਰਾ ਦੀ ਕੁਰਬਾਨੀ ਦਾ ਵੀ ਬਹੁਤ ਪ੍ਰਭਾਵ ਸੀ। ਕਰਤਾਰ ਸਿੰਘ ਸਰਾਭਾ ਅਤੇ ਮਦਨ ਲਾਲ ਡਿੰਗਰਾ ਜਿਹੜੇ ਹਨ, ਇਹ ਵੀ ਇੱਕ ਸੱਚੇ ਦੇਸ਼ ਭਗਤ ਹੋਏ ਹਨ। ਇਹਨਾਂ ਨੇ ਜਿਹੜੀ ਆਪਣੀ ਦੇਸ਼ ਦੇ ਖਾਤਰ ਕੁਰਬਾਨੀ ਦਿੱਤੀ ਹੈ, ਇਹਨਾਂ ਦੀ ਕੁਰਬਾਨੀ ਦਾ ਵੀ ਇਸ ਉੱਤੇ ਕਾਫੀ ਅਸਰ ਪਿਆ ਸੀ। 1932 ਵਿੱਚ ਜੇਲ੍ਹ ਤੋਂ ਰਿਹਾ ਹੋ ਕੇ ਊਧਮ ਸਿੰਘ ਸਿੱਧਾ ਆਪਣੀ ਮਾਤ ਭੂਮੀ ਸੁਨਾਮ ਗਏ। ਮਾਤ ਭੂਮੀ ਮਤਲਬ ਹੈ ਕਿ ਜਿੱਥੇ ਉਸਦਾ ਜਨਮ ਹੋਇਆ ਉਸਨੂੰ ਮਾਤ ਭੂਮੀ ਕਿਹਾ ਜਾਂਦਾ ਹੈ। ਇੱਥੇ ਉਹਨਾਂ ਦਾ ਮਨ ਨਾ ਲੱਗਿਆ। ਆਪਣੇ ਪ੍ਰਣ ਦੀ ਪੂਰਤੀ ਲਈ, ਯਾਨੀ ਕਿ ਜਿਹੜੀ ਉਸਨੇ ਕਸਮ ਖਾਧੀ ਸੀ ਉਸ ਨੂੰ ਪੂਰਾ ਕਰਨ ਲਈ ਕਈ ਦੁੱਖਾਂ ਤਕਲੀਫਾਂ ਸਹਿ ਕੇ ਉਹ ਇੰਗਲੈਂਡ ਪੁੱਜੇ। ਆਖਰ ਇੱਕ ਦਿਨ ਉਹ ਜਨਰਲ ਡਾਇਰ ਦੇ ਘਰ ਪੁੱਜੇ, ਯਾਨੀ ਕਿ ਜਦੋਂ ਉਸਨੇ ਬਦਲਾ ਲੈਣ ਦੀ ਕਸਮ ਖਾਧੀ ਜਨਰਲ ਡਾਇਰ, ਤਾਂ ਉਹ ਉਸਦੇ ਘਰ ਇੰਗਲੈਂਡ ਵਿੱਚ ਪਹੁੰਚੇ ਤਾਂ ਪਤਾ ਲੱਗਾ ਕਿ ਭਾਰਤ ਵਾਸੀਆਂ ਦੇ ਕਹਿਰ ਵਰਤਾਉਣ ਵਾਲਾ, ਯਾਨੀ ਕਿ ਕਹਿਰ ਵਰਤਾਉਣ ਵਾਲਾ ਮਤਲਬ ਕਿ ਜ਼ੁਲਮ ਕਰਨ ਵਾਲਾ ਜਿਹੜਾ ਭਾਰਤ ਵਾਸੀਆਂ 'ਤੇ ਜਨਰਲ ਡਾਇਰ ਹੈ, ਉਸ ਦਾ ਜਿਹੜਾ ਕਾਲਵਾਸ ਹੋ ਚੁੱਕਾ ਹੈ, ਯਾਨੀ ਕਿ ਉਹ ਜਿਹੜਾ ਹੈ ਇਸ ਦੁਨੀਆ ਤੋਂ ਜਾ ਚੁੱਕਿਆ ਹੈ, ਮਰ ਚੁੱਕਿਆ ਹੈ। ਊਧਮ ਸਿੰਘ ਨੇ ਉਸ ਸਮੇਂ ਦੇ ਪੰਜਾਬ ਦੇ ਗਵਰਨਰ ਮਾਈਕਲ ਉਡਵਾਇਰ ਨੂੰ ਮਾਰਨ ਦੇ ਫੈਸਲਾ ਕੀਤਾ। ਮਾਈਕਲ ਉਡਵਾਇਰ ਕੌਣ ਹੈ? ਉਸ ਦੇ ਹੁਕਮ ਨਾਲ ਹੀ ਜਿਹੜਾ ਹੈ ਜਨਰਲ ਡਾਇਰ ਨੇ 1919 ਨੂੰ ਜਲਿਆਂਵਾਲੇ ਬਾਗ ਵਿੱਚ ਜਿਹੜਾ ਹੈ ਗੋਲੀਆਂ ਚਲਾਈਆਂ ਸਨ। ਤਾਂ ਉਸ ਨੇ ਜਿਹੜਾ ਹੈ ਸ਼ਹੀਦ ਊਧਮ ਸਿੰਘ ਨੇ ਮਾਈਕਲ ਉਡਵਾਇਰ ਨੂੰ ਮਾਰਨ ਦਾ ਫੈਸਲਾ ਕੀਤਾ, ਕਿਉਂਕਿ ਉਸ ਦੇ ਹੁਕਮ ਨਾਲ ਹੀ ਜਨਰਲ ਡਾਇਰ ਨੇ ਨਿਹੱਥੇ ਲੋਕਾਂ ਉੱਤੇ ਗੋਲੀਆਂ ਚਲਾਈਆਂ ਸੀ। ਆਖਰ 13 ਮਾਰਚ 1940 ਨੂੰ ਉਹ ਦਿਨ ਆ ਗਿਆ ਜਿਸ ਦੀ ਸ਼ਹੀਦ ਊਧਮ ਸਿੰਘ ਨੂੰ 21 ਸਾਲਾਂ ਤੋਂ ਉਡੀਕ ਸੀ। ਲੰਡਨ ਦੇ ਕੈਕਸ਼ਨ ਹਾਲ ਵਿੱਚ ਮਾਈਕਲ ਉਡਵਾਇਰ ਨੇ ਇੱਕ ਸਭਾ ਵਿੱਚ ਭਾਸ਼ਣ ਦੇਣਾ ਸੀ। ਊਧਮ ਸਿੰਘ ਵੀ ਕਿਸੇ ਤਰ੍ਹਾਂ ਉੱਥੇ ਪਹੁੰਚ ਗਿਆ। ਆਪਣੇ ਭਾਸ਼ਣ ਵਿੱਚ ਜਦੋਂ ਮਾਈਕਲ ਉਡਵਾਇਰ ਨੇ ਆਪਣੀ ਬਹਾਦਰੀ ਦੱਸਦਿਆਂ ਜਲਿਆਂਵਾਲੇ ਬਾਗ ਕਾਂਡ ਦੀ ਗੱਲ ਕੀਤੀ ਤਾਂ ਊਧਮ ਸਿੰਘ ਨੇ ਉਸ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਊਧਮ ਸਿੰਘ ਨੇ ਅੰਗਰੇਜ਼ ਸਰਕਾਰ ਨੂੰ ਲਲਕਾਰ ਕੇ ਕਿਹਾ ਕਿ ਮੈਂ ਉਡਵਾਇਰ ਨੂੰ ਭਰੀ ਸਭਾ ਵਿੱਚ ਮਾਰ ਕੇ ਜਲਿਆਂਵਾਲੇ ਬਾਗ ਦਾ ਕਤਲੇਆਮ ਜਿਹੜਾ ਹੋਇਆ ਸੀ ਉਸ ਦਾ ਬਦਲਾ ਲਿਆ ਹੈ। ਉਡਵਾਇਰ ਨੂੰ ਮਾਰ ਕੇ ਊਧਮ ਸਿੰਘ ਉੱਥੇ ਹੀ ਡਟਿਆ ਰਿਹਾ। ਉਸਨੇ ਭੱਜਣ ਦਾ ਕੋਈ ਯਤਨ ਨਹੀਂ ਕੀਤਾ, ਯਾਨੀ ਕਿ ਜਦੋਂ ਉਸਨੇ ਮਾਈਕਲ ਉਡਵਾਇਰ ਨੂੰ ਗੋਲੀ ਮਾਰੀ ਤਾਂ ਉਹ ਉੱਥੇ ਹੀ ਖੜਾ ਰਿਹਾ, ਉੱਥੋਂ ਨਹੀਂ ਭੱਜਿਆ। ਹਾਲਾਂਕਿ ਉਸ ਦੇ ਪਿਸਤੌਲ ਵਿੱਚ ਅਜੇ ਵੀ ਗੋਲੀਆਂ ਬਾਕੀ ਸਨ। ਊਧਮ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਉੱਤੇ ਮੁਕੱਦਮਾ ਚਲਾਇਆ ਗਿਆ। ਉਸਨੇ ਆਪਣੇ ਮੁਕੱਦਮੇ ਦੀ ਸੁਣਵਾਈ ਸਮੇਂ ਵੀ ਬੜੀ ਦ੍ਰਿੜਤਾ ਨਾਲ ਜਿਹੜਾ ਹੈ ਜੱਜ ਸਾਹਮਣੇ ਕਿਹਾ ਕਿ ਮਾਈਕਲ ਉਡਵਾਇਰ ਦੇ ਹੁਕਮ ਨਾਲ ਜਲਿਆਂਵਾਲੇ ਬਾਗ ਵਿੱਚ ਜਿਹੜੇ ਹਜ਼ਾਰਾਂ ਨਿਹੱਥੇ ਆਜ਼ਾਦੀ ਮੰਗਦੇ ਭਾਰਤੀ ਲੋਕਾਂ ਨੂੰ ਜਿਹੜਾ ਜਨਰਲ ਡਾਇਰ ਨੇ ਗੋਲੀਆਂ ਨਾਲ ਭੁੰਨਿਆ ਸੀ, ਮੈਂ ਉਸ ਖੂਨੀ ਕਾਂਡ ਦਾ ਬਦਲਾ ਭਾਰਤ ਮਾਂ ਦੇ ਸਿਰ ਚੜ੍ਹਿਆ ਕਰਜ਼ ਉਤਾਰਿਆ ਹੈ। ਯਾਨੀ ਕਿ ਮਾਈਕਲ ਉਡਵਾਇਰ ਦੇ ਹੁਕਮ ਨਾਲ ਹੀ ਜਿਹੜਾ ਹੈ ਜਨਰਲ ਡਾਇਰ ਨੇ ਉੱਥੇ ਗੋਲੀਆਂ ਚਲਾਈਆਂ ਸੀ, ਤਾਂ ਉਹਨਾਂ ਦਾ ਜਿਹੜਾ ਬਦਲਾ ਹੈ ਉਸਨੇ ਮਾਈਕਲ ਉਡਵਾਇਰ ਨੂੰ ਮਾਰ ਕੇ ਲਿਆ ਹੈ। ਅੰਤ 25 ਜੁਲਾਈ 1940 ਨੂੰ ਸ਼ਹੀਦ ਊਧਮ ਸਿੰਘ ਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ ਗਿਆ। 31 ਜੁਲਾਈ 1940 ਨੂੰ ਭਾਰਤ ਮਾਂ ਦਾ ਇਹ ਬਹਾਦਰ ਸਪੁੱਤਰ ਲੰਡਨ ਦੀ ਪੈਂਟਨ ਜੇਲ੍ਹ ਵਿੱਚ ਹੱਸਦਾ ਫਾਂਸੀ 'ਤੇ ਰੱਸੇ 'ਤੇ ਝੂਲ ਗਿਆ। ਸ਼ਹੀਦ ਊਧਮ ਸਿੰਘ ਜਿਹੜਾ ਹੈ ਉਸ ਦੀ ਅੰਤਿਮ ਇੱਛਾ ਅਨੁਸਾਰ ਹੀ 31 ਜੁਲਾਈ 1974 ਨੂੰ, ਯਾਨੀ ਕਿ ਉਸ ਦੀ ਜਦੋਂ ਉਸ ਦੀ ਮੌਤ ਹੋਈ ਉਸਨੂੰ ਫਾਂਸੀ ਜਿਹੜੀ ਦਿੱਤੀ ਗਈ ਉਹ 31 ਜੁਲਾਈ 1940 ਨੂੰ, ਅਤੇ ਉਸ ਦੀਆਂ ਫਾਂਸੀ ਤੋਂ ਬਾਅਦ ਉਸ ਦੀ ਜਿਹੜੀ ਇੱਛਾ ਅਨੁਸਾਰ 31 ਜੁਲਾਈ 1974 ਨੂੰ ਉਸ ਦੀਆਂ ਜਿਹੜੀਆਂ ਅਸਥੀਆਂ ਸਨ ਉਹਨਾਂ ਨੂੰ ਭਾਰਤੀ ਸਨਮਾਨ ਵਿੱਚ ਜਨਮ ਭੂਮੀ ਉੱਤੇ ਸੁਨਾਮ ਵਿੱਚ ਲਿਆਂਦਾ ਗਿਆ। ਰਹਿੰਦੀ ਦੁਨੀਆ ਤੱਕ ਜਿਹੜਾ ਹੈ ਭਾਰਤ ਵਾਸੀ ਸ਼ਹੀਦ ਊਧਮ ਸਿੰਘ ਨੂੰ ਯਾਦ ਰੱਖਣਗੇ।